ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਨੂੰ ਫਾਰਮਰ ਐਜੂਟੇਸ਼ਨ ਦੀ ਪਲ ਪਲ ਦੀ ਜਾਣਕਾਰੀ, ਪਲ ਪਲ ਦੀ ਅਪਡੇਟਸ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਅਸੀਂ ਵਚਨਬੱਧ ਹਾਂ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਹਮੇਸ਼ਾ ਦੀ ਤਰ੍ਹਾਂ ਐਮਪੀ ਸਿੰਘ ਜੀ। ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਭਿੰਡਰ ਸਾਹਿਬ, ਬਹੁਤ ਮਿਹਰਬਾਨੀ। ਸਰ, ਅੱਜ ਵੱਡਾ ਟਰੈਕਟਰ ਮਾਰਚ ਕੀਤਾ ਗਿਆ ਹੈ। ਲੱਗਦਾ ਹੈ ਕਿ ਹਿਸਟਰੀ ਦੇ ਵਿੱਚ ਇੱਕ ਵਿਲੱਖਣ ਜਗ੍ਹਾ ਇਹਨੇ ਲੈ ਲੈਣੀ ਆ ਆਪਣੀ ਹਿਸਟਰੀ ਦੇ ਵਿੱਚ। ਤੁਹਾਡਾ ਕੀ ਵਿਚਾਰ ਆ ਜੀ? ਇਹਨੂੰ ਆਪਾਂ ਸਫਲ ਮੰਨਾਂਗੇ ਜੀ ਅੱਜ ਦੇ ਨੂੰ? ਦੇਖੋ ਜੀ, ਕਿਸਾਨੀ ਅੰਦੋਲਨ ਜਦੋਂ ਤੋਂ ਸ਼ੁਰੂ ਹੋਇਆ ਉਹਦਾ ਹਰ ਐਕਟ ਸਫਲ ਹੈ ਜੀ। ਕੋਈ ਵੀ ਇਦਾਂ ਦਾ ਐਕਟ ਨਹੀਂ ਹੋਇਆ ਹੁਣ ਤੱਕ ਜਿਹਨੂੰ ਅਸੀਂ ਕਹਿ ਸਕਦੇ ਜੀ ਇੱਥੇ ਕਿਸਾਨ ਮਾਰ ਖਾ ਗਿਆ ਜੀ। ਹਰ ਮੀਟਿੰਗ ਜੀ ਉਹਦੇ 'ਚ ਉਹ ਜਿੱਤ ਪ੍ਰਾਪਤ ਕਰਕੇ ਨਿਕਲੇ ਜੀ। ਹਰ ਮੀਟਿੰਗ 'ਚ ਕਾਮਯਾਬੀ ਲੈ ਕੇ ਨਿਕਲੇ ਔਰ ਹਰ ਧਰਨਾ ਜਿਹੜਾ ਭਾਵੇਂ ਉਹ ਪੰਜਾਬ ਵਿੱਚ ਸੀ ਤੇ ਭਾਵੇਂ ਹੁਣ ਦਿੱਲੀ ਦੇ ਵੱਖਰੇ ਵੱਖਰੇ ਬਾਰਡਰਸ ਤੇ ਉਹਦੇ 'ਚ ਉਹਨਾਂ ਦੀ ਕਾਮਯਾਬੀ ਹੋਈ। ਇਹ ਜਿਹੜਾ ਟਰੈਕਟਰ ਮਾਰਚ ਦੀ ਤੁਸੀਂ ਗੱਲ ਕਰ ਰਹੇ ਹੈਗੇ ਆ, ਇਹ ਦਿੱਲੀ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਰੋਡ ਹੈ KMP ਹਾਈਵੇ ਉੱਥੇ ਤੇ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਵਿੱਚ ਸ਼ਾਮਲ ਹੋਏ ਤੇ ਗਿਨੀਜ਼ ਬੁੱਕ ਆਫ ਰਿਕਾਰਡ ਦੀ ਇਹ ਇੱਕ ਬਹੁਤ ਵੱਡੀ ਅਹਿਮੀਅਤ ਰੱਖਣ ਵਾਲੀ ਈਵੈਂਟ ਬਣ ਗਈ ਹੈ, ਜਿਹਨੂੰ ਦੁਨੀਆ ਭਰ ਦੇ ਵਿੱਚ ਬਹੁਤ ਵੱਡੀ ਸਪੋਰਟ ਮਿਲੀ ਹੈਗੀ ਹੈ ਜੀ। ਔਰ ਮੈਨੂੰ ਨਹੀਂ ਲੱਗਦਾ ਕਿ ਇਸ ਪਹਿਲਾਂ ਕਦੀ ਹਿਸਟਰੀ 'ਚ ਦੁਨੀਆ 'ਚ ਕਿਸੇ ਵੀ ਜਗ੍ਹਾ ਇੰਨੀ ਵੱਡੀ ਟਰੈਕਟਰ ਰੈਲੀ ਕੀਤੀ ਹੈ। ਟਰੈਕਟਰ ਰੈਲੀ ਤਾਂ ਵੈਸੇ ਕਿਸੇ ਹੋਰ ਜਗ੍ਹਾ ਹੋਣ ਦੀ ਸੰਭਾਵਨਾ ਹੀ ਘੱਟ ਹੈ। ਜਿਹੜੇ ਖੇਤੀ ਕਰਨ ਵਾਲੇ ਦੇਸ਼ ਹੈਗੇ ਉਹਨਾਂ 'ਚ ਤਾਂ ਚਾਂਸਿਸ ਸੀਗੇ, ਪਰ ਇੰਡੀਆ ਬਾਜੀ ਮਾਰ ਗਿਆ, ਇੰਡੀਆ ਦੇ ਕਿਸਾਨ ਬਾਜੀ ਮਾਰ ਗਏ, ਉਹ ਵਧਾਈ ਦੇ ਹੱਕਦਾਰ ਹੈ। ਲੱਗਦਾ ਕਿ ਕਿਸਾਨ ਇਕੱਲਿਆਂ ਦਾ ਕਿਸਾਨਾਂ ਦਾ ਹੁਣ ਨਹੀਂ ਰਹਿ ਗਿਆ, ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਇਸ ਐਜੀਟੇਸ਼ਨ ਦੇ ਵਿੱਚ ਬੁੱਧੀਜੀਵੀ, ਵਕੀਲ ਕਹਿ ਲਓ ਜਾਂ ਮਤਲਬ ਹੋਰ ਕਿਸੇ ਵੀ ਪ੍ਰੋਫੈਸ਼ਨ, ਡਾਕਟਰ ਕਹਿ ਲਓ, ਤੇ ਸਾਰੇ ਹੀ ਇਸ ਜਿਹੜੇ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਮਾਜ ਦਾ ਹਰ ਵਰਗ ਜਿਹੜਾ ਲੇਖਕ ਹੈ, ਬੁੱਧੀਜੀਵੀ ਹੈ, ਕਲਾਕਾਰ ਹੈ ਜੀ, ਜਿਵੇਂ ਤੁਸੀਂ ਵਕੀਲਾਂ ਦੀ ਗੱਲ ਕੀਤੀ, ਟੀਚਰਾਂ ਦੀ, ਪ੍ਰੋਫੈਸਰ, ਸਟੂਡੈਂਟ, ਮਜ਼ਦੂਰ, ਮੁਲਾਜ਼ਮ, ਕੋਈ ਇੱਦਾਂ ਦਾ ਹੈ ਹੀ ਨਹੀਂ ਜਿਹੜਾ 'ਚ ਸ਼ਾਮਲ ਨਹੀਂ ਹੋ ਗਿਆ। ਸਾਰੇ ਹੀ ਲੋਕ ਕਿਸਾਨਾਂ ਦੀ ਇਸ ਵੇਲੇ ਸਪੋਰਟ ਤੇ ਆ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਆ। ਔਰ ਮੁੱਦਾ ਸ਼ੁਰੂ ਤਾਂ ਕਿਸਾਨਾਂ ਨੇ ਹੀ ਕੀਤਾ ਸੀ, ਠੀਕ ਹੈ ਜੀ। ਦੂਸਰੇ ਜਿਹੜੇ ਉਹਨਾਂ ਦੀ ਇਸ ਮੁਸ਼ਕਲ ਨੂੰ ਸਮਝ ਕੇ, ਜਾਣ ਕੇ ਔਰ ਉਹਦੀ ਸਪੋਰਟ ਦੇ ਵਿੱਚ ਨਿੱਤਰੇ ਆ। ਜਿੰਨੇ ਵੀ ਲੋਕਾਂ ਦਾ ਆਪਾਂ ਨਾਂ ਲਿਆ ਉਹ ਸਾਰੇ ਉਹਨਾਂ ਦੀ ਸਪੋਰਟ ਵਿੱਚ ਨਿੱਤਰੇ ਹੈਗੇ ਆ, ਤੇ ਜਿਹਦੇ ਨਾਲ ਇਸ ਲਹਿਰ ਨੂੰ, ਇਸ ਅੰਦੋਲਨ ਨੂੰ, ਇਸ ਤਬਦੀਲੀ ਨੂੰ, ਜਿਹੜੀ ਤਬਦੀਲੀ ਵਾਸਤੇ ਕਿਸਾਨਾਂ ਨੇ ਯੁੱਧ ਸ਼ੁਰੂ ਕੀਤਾ, ਲੜਾਈ ਹੈ ਇਹ, ਇੱਕ ਜਸਟ ਇਹ ਨਹੀਂ ਕਿ ਧਰਨਾ ਜਾਂ ਇੱਕ ਰੈਲੀ ਹੈ, ਇੱਕ ਬਹੁਤ ਵੱਡੀ ਲੜਾਈ ਹੈ ਸਰਮਾਏਦਾਰੀ ਨਿਜ਼ਾਮ ਦੇ ਖਿਲਾਫ। ਜਿਹੜਾ ਸਰਮਾਏਦਾਰੀ ਨਿਜ਼ਾਮ ਤਾਂ ਪੂਰੀ ਦੁਨੀਆ ਵਿੱਚ ਹੀ ਹੈਗਾ, ਪਰ ਜਿਹਦੇ ਮੋਢੇ ਤੇ ਇੰਡੀਆ ਦੀ ਗੌਰਮੈਂਟ ਸਵਾਰ ਹੋ ਕੇ ਆਪਣਾ ਕੋਈ ਭਲਾ ਕਰਨਾ ਚਾਹੁੰਦੀ ਹੈ, ਆਪਣੇ ਬੰਦਿਆਂ ਨੂੰ ਕੋਈ ਫਾਇਦਾ ਦੇਣਾ ਚਾਹੁੰਦੀ ਹੈ, ਇਹ ਉਸ ਨਿਜ਼ਾਮ ਦੇ ਖਿਲਾਫ ਹੈ। ਇਹ ਲੱਖਾਂ ਲੋਕ ਉੱਥੇ ਕਿਸਾਨ ਬੈਠੇ ਆ ਜੀ। ਕਿਸਾਨ ਮਤਲਬ ਸਾਰਾ ਆਪਣਾ ਭਾਈਚਾਰਾ, ਪੰਜਾਬੀ ਭਾਈਚਾਰਾ ਉੱਥੇ ਬੈਠਾ, ਚਾਹੇ ਕੋਈ ਹਿੰਦੂ ਆ, ਚਾਹੇ ਸਿੱਖ ਆ, ਮੁਸਲਿਮ, ਸਾਰੇ ਉੱਥੇ ਬੈਠੇ ਆ। ਪਰ ਜਿਹੜੀਆਂ ਸਰਕਾਰ ਦੇ ਨੁਮਾਇੰਦੇ ਆ, ਚਾਹੇ ਆਪਾਂ ਜੈਨੀ ਦੀ ਗੱਲ ਸਾਹਿਬ ਦੀ ਗੱਲ ਕਰੀਏ, ਚਾਹੇ ਗਰੇਵਾਲ ਦੀ ਗੱਲ ਕਰੀਏ, ਹਰਜੀਤ ਗਰੇਵਾਲ ਦੀ ਗੱਲ ਕਰੀਏ, ਤੇ ਹਮੇਸ਼ਾ ਦੀ ਤਰ੍ਹਾਂ ਉਹੀ ਅੰਦਰੋਂ ਜਿਹੜੀ ਚਿੱਠੀ ਜੀ ਲੈ ਕੇ ਆਉਂਦੇ ਆ, ਰਟੀ ਰਟਾਈ ਗੱਲ ਜੀ ਉਹ ਫੇਰ ਕਹਿ ਦਿੰਦੇ ਆ। ਕੀ ਤੁਸੀਂ ਕਹਿੰਦੇ ਆ ਜੀ ਇਹਦੇ ਬਾਰੇ? ਇਹਦੇ 'ਚ ਉਹਨਾਂ ਦਾ ਕਸੂਰ ਨਹੀਂ ਹੈ। ਜਦੋਂ ਲੜਾਈ ਹੁੰਦੀ ਹੈ ਨਾ ਜੀ, ਹਰ ਧਿਰ ਆਪਣੇ ਆਪ ਨੂੰ ਇਸ ਤਰੀਕੇ ਨਾਲ ਹੀ ਪੇਸ਼ ਕਰਦੀ ਹੁੰਦੀ ਹੈ ਕਿ ਅਸੀਂ ਠੀਕ ਆ, ਅਸੀਂ ਜੇਤੂ ਆ ਜੀ, ਠੀਕ ਹੈ ਜੀ। ਉਹ ਜਿਹਨਾਂ ਦੀ ਤੁਸੀਂ ਦੋ ਬੰਦਿਆਂ ਦਾ ਨਾਂ ਲਿਆ, ਇਹ ਕੋਈ ਬਹੁਤ ਹੀ ਵੱਡੀ ਅਹਿਮੀਅਤ ਨਹੀਂ ਰੱਖਦੇ। ਹਾਂ, ਹੱਥ ਪੈਰ ਜ਼ਰੂਰ ਮਾਰੀ ਜਾਂਦੇ ਆ। ਬਿਲਕੁਲ। ਹਰਜੀਤ ਗਰੇਵਾਲ ਜਿਹੜਾ ਹੈ ਉਹ ਸਪੋਕਸਮੈਨ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ। ਜਿਆਣੀ ਜਿਹੜਾ ਸੁਰਜੀਤ ਜਿਆਣੀ, ਇਹ ਪੁਰਾਣਾ ਜਾਂ ਸਿਆਣਾ ਕਹਿ ਲਓ BJP ਦਾ ਲੀਡਰ ਹੈ, ਜਿਹੜਾ ਮਿਨਿਸਟਰ ਵੀ ਰਿਹਾ, ਜਿਹੜਾ ਖੁਦ ਕਿਸਾਨ ਆ, ਤੇ ਇਹਨੇ ਸਭ ਤੋਂ ਪਹਿਲਾਂ ਨਾਰਾ ਦਾ ਨਾਰਾ ਮਾਰਿਆ ਸੀ ਕਿਸਾਨਾਂ ਦੇ ਹੱਕ 'ਚ। ਸਭ ਤੋਂ ਪਹਿਲਾਂ ਬੋਲਿਆ ਸੀ
ਪਰ ਦਿੱਲੀ ਜਦੋਂ ਉਹਨੂੰ ਲੈ ਕੇ ਗਏ, ਉੱਥੇ ਜਾ ਕੇ ਉਹਨੂੰ ਪਲੋਸ ਲਿਆ ਜਾਂ ਘੁਰਕੀ ਮਾਰਤੀ। ਉਹ ਹੁਣ ਸਰਕਾਰ ਵਾਲੀ ਬੋਲੀ ਹੀ ਬੋਲਦਾ। ਠੀਕ ਹੈ ਜੀ, ਇਹ ਇੱਕ ਸੁਭਾਵਕ ਹੈ, ਕੋਈ ਤੋਂ ਫਿਕਰਮੰਦੀ ਵਾਲੀ ਕੋਈ ਗੱਲ ਨਹੀਂ ਹੈ, ਇਹ ਇਦਾਂ ਹੁੰਦੀ ਹੈ। ਜੇ ਕਿਸਾਨਾਂ ਨੇ ਅੱਜ ਤੱਕ ਉਹ ਆਪਦੀਆਂ ਤਿੰਨੇ ਮੰਗਾਂ ਤੋਂ ਪਿਛਾਂਹ ਨਹੀਂ ਹਟੇ, ਜਦੋਂ ਵੀ ਮੀਟਿੰਗ ਹੁੰਦੀ ਹੈ ਤੇ ਉਹ ਗੱਲ ਇਹ ਕਰਦੇ ਆ ਕਿ ਉਹ 3 ਕਾਨੂੰਨ ਜਿਹੜੇ ਉਹ ਵਾਪਸ ਲਓ ਜੀ, ਉਹਨਾਂ ਦੇ ਵਿੱਚ ਸੋਧਾਂ ਸੱਧਾਂ ਦਾ ਅਸੀਂ ਸਵੀਕਾਰ ਨਹੀਂ ਕਰਦੇ। ਜੇ ਕਿਸਾਨ ਉਸ ਗੱਲ ਤੇ ਡਟੇ ਤਾਂ ਸਰਕਾਰ ਵੀ ਤੇ ਡਟ ਹੀ ਸਕਦੀ ਹੈ। ਜੇ ਸਰਕਾਰ ਡਟ ਸਕਦੀ ਹੈ, ਕਿਸਾਨ ਵੀ ਤੇ ਡਟ ਹੀ ਸਕਦੇ। ਇਹ ਮੁਕਾਬਲੇ ਦੀ ਲੜਾਈ ਹੈ। ਮੁਕਾਬਲਾ ਇਹ ਨਹੀਂ ਕਿ ਜਿੱਤ ਦਾ ਹਾਰ ਦਾ ਕੌਣ ਆ, ਮੁਕਾਬਲਾ ਇਹ ਹੈ ਕਿ ਸੱਚਾਈ ਕੀ ਹੈ। ਜਿੱਤ ਤੇ ਹਾਰ ਜਿਹੜੀ ਹੈ ਉਹ ਸੱਚਾਈ ਦੀ ਹੋਣੀ ਹੈ, ਤੇ ਇਹ ਨਹੀਂ ਹੈ ਕਿ ਇਹਦੇ ਵਿੱਚ ਕੋਈ ਵੱਡਾ ਹੋ ਜਾਊਗਾ ਜਿੱਤ ਕੇ ਜਾਂ ਕੋਈ ਛੋਟਾ ਰਹਿ ਜਾਊਗਾ ਹਾਰ ਕੇ। ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ ਦਲੀਲਾਂ ਨਾਲ, ਜ਼ੋਰ ਨਾਲ ਨਹੀਂ। ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਆ ਨਹੀਂ ਕਿ ਲੱਖਾਂ ਲੋਕ ਉੱਥੇ ਬੈਠੇ ਆ ਧਰਨੇ ਤੇ, ਉਹ ਵੀ ਇੱਕ ਪੱਖ ਹੈ ਬਹੁਤ ਵੱਡਾ ਕਿ ਇੰਨੀ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠੇ ਹੋ ਕੇ ਕਿਸਾਨਾਂ ਨੇ ਮੋਹਰੇ ਲੱਗ ਕੇ ਬਾਕੀ ਲੋਕਾਂ ਨੂੰ ਉੱਥੇ ਨਾਲ ਲਿਆਂਦਾ ਹੈਗਾ। ਉਹ ਇੱਕ ਬਹੁਤ ਵੱਡੀ ਗੱਲ ਹੈ ਜਿਹਦਾ ਜ਼ਿਕਰ ਕਰਨਾ ਬਣਦਾ ਹੀ ਬਣਦਾ। ਉਸ ਤੋਂ ਵੀ ਵੱਡੀ ਗੱਲ ਜਿਹੜੀ ਇਹ ਹੈ ਕਿ ਸਰਕਾਰ ਦੇ ਵੱਲੋਂ ਜਿਹੜੇ ਕਾਨੂੰਨ ਠੋਸੇ ਜਾ ਰਹੇ ਸੀ, ਉਹਦੀ ਇਕੱਲੀ ਮੱਦ ਉੱਤੇ ਸਰਕਾਰ ਨੂੰ ਨਿਰਉੱਤਰ ਕੀਤਾ ਗਿਆ। ਉਹਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਇਹਨਾਂ ਕਾਨੂੰਨਾਂ ਦੀ ਇੰਨੀ ਤਫਸੀਲ, ਇੰਨੀ ਡਿਟੇਲ ਤਾਂ ਸਾਨੂੰ ਨਹੀਂ ਸੀ ਪਤਾ, ਕਿਸਾਨਾਂ ਨੂੰ ਕਿੱਥੋਂ ਪਤਾ ਲੱਗ ਗਈ। ਇਸ ਵੇਲੇ ਉਹਨਾਂ ਦੇ ਲਈ ਇੱਕ ਬੜੀ ਵੱਡੀ ਮੁਸ਼ਕਲ ਬਣੀ ਹੋਈ ਹੈ, ਮੰਤਰੀਆਂ ਲਈ, ਜਾਂ ਕਹਿ ਲਓ ਵੀ ਜਿਹੜੀ ਉਹਨਾਂ ਦੀ ਅਫਸਰਸ਼ਾਹੀ ਹੈਗੀ ਹੈ ਉਹਨਾਂ ਵਾਸਤੇ ਵੀ। ਇਹ ਜਿਹਨੇ ਵੀ ਬਣਾਇਆ, ਉਹਨਾਂ ਨੇ ਵੈਸੇ ਕਾਨੂੰਨ ਤਾਂ ਸੋਚ ਸਮਝ ਕੇ ਬਣਾਏ ਹੋਣਗੇ, ਪਰ ਇੰਨੇ ਸੋਚ ਸਮਝ ਕੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਕਿਸਾਨਾਂ ਵੱਲੋਂ ਕਿ ਅਸਲ ਵਿੱਚ ਸਾਨੂੰ ਤੁਹਾਡੀ ਹਰ ਮੱਦ ਦਾ ਪਤਾ, ਤੁਹਾਡੀ ਹਰ ਗੱਲ ਦਾ ਪਤਾ, ਤੁਸੀਂ ਕਿੱਥੇ ਸਾਨੂੰ ਖਰਾਬ ਕਰਨਾ ਚਾਹੁੰਦੇ, ਕਿੱਥੇ ਸਾਨੂੰ ਤੁਸੀਂ ਜ਼ਮੀਨਾਂ ਤੋਂ ਭਜਾਉਣਾ ਚਾਹੁੰਦੇ ਆ, ਕਿੱਥੋਂ ਸਾਨੂੰ ਤੁਸੀਂ ਸਾਡੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੇ ਆ। ਇਹ ਕਿਸਾਨਾਂ ਨੇ ਇੱਕ ਰਿਕਾਰਡ ਕਾਇਮ ਕਰਤਾ, ਇੱਕ ਹਿਸਟਰੀ ਬਣਾ ਕੇ ਰੱਖਤੀ, ਜਿਹਦੇ ਨਾਲ ਸਰਕਾਰ ਦੀ ਮੰਤਰੀ ਤੇ ਅਫਸਰਸ਼ਾਹੀ ਪੂਰੀ ਜਿਹੜੀ ਆ ਉਹ ਜ਼ਬਾਨ ਬੰਦ ਕਰਕੇ ਬੈਠ ਗਈ। ਇਹ ਲੱਗਦਾ ਕਿ ਸਰਕਾਰ ਆ ਜਿਹੜੀ ਹੁਣ ਟਾਲ ਮਟੋਲ ਵਾਲੀ ਸਥਿਤੀ ਦੇ ਵਿੱਚ ਪਹੁੰਚ ਗਈ ਆ, ਤੇ ਇੱਕ ਦੂਸਰੇ ਪਾਸੇ ਜਿਹੜੇ ਉਹ ਇੱਕ ਲੱਗ ਰਿਹਾ ਕਿ ਮੈਡੀਏਟਰ ਬੰਦੇ ਲੱਭ ਰਹੇ ਆ। ਹੁਣੇ ਦੀ ਥੋੜੇ ਸਮੇਂ ਦੀ ਗੱਲ ਆ, ਪਿਛਲੇ ਕੁਝ ਘੰਟਿਆਂ ਦੀ, ਕਿ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਦਿਨੀ ਬਾਬਾ ਰਾਮ ਸਿੰਘ ਦੀ ਮੌਤ ਹੋ ਗਈ ਸੀ ਨਾਨਕਸਰ ਸਮੁਦਾਇ ਦੇ। ਤੇ ਇੱਕ ਹੁਣ ਨਾਨਕਸਰ ਸਮੁਦਾਇ ਦੇ ਹੀ ਬਾਬਾ ਲੱਖਾ ਸਿੰਘ ਪਿਛਲੇ ਕੁਝ ਘੰਟਿਆਂ ਦੌਰਾਨ ਲੰਬੀ ਚੌੜੀ ਗੱਲ ਜਿਹੜੀ ਆ ਉਹ ਤੋਮਰ ਜੀ ਨਾਲ ਕਰਕੇ ਆਏ ਆ ਉਹ। ਤੇ ਲੱਗ ਰਿਹਾ ਕਿ ਇਸ ਤੋਂ ਪਹਿਲਾਂ ਤਾਂ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ, ਕੋਈ ਨੇੜੇ ਤੇੜੇ ਦੀ ਕੋਈ ਗੱਲਬਾਤ ਵੀ ਨਹੀਂ ਸੀ। ਅੱਜ ਉਹਨਾਂ ਨੇ ਕਿੱਥੋਂ ਲੱਭ ਲਿਆ ਬਾਬਾ ਲੱਖਾ ਸਿੰਘ ਜੀ ਨੂੰ? ਦੇਖੋ ਜੀ, ਬਹੁਤ ਬਾਬੇ ਲੱਭ ਜਾਣਗੇ। ਮੈਂ ਕਿਸੇ ਨੂੰ ਚੰਗਾ ਜਾਂ ਮਾੜਾ ਇਸ ਪੱਖ ਤੋਂ ਤਾਂ ਨਹੀਂ ਕਹਿਣਾ ਚਾਹੁੰਦਾ, ਪਰ ਸਰਕਾਰ ਦੀਆਂ ਇਹ ਜਿਹੜੀਆਂ ਘਟੀਆ ਕੋਸ਼ਿਸ਼ਾਂ ਉਹ ਸਮਝਦੇ ਆ ਕਿ ਅਸੀਂ ਧਾਰਮਿਕ ਦਿੱਖ ਵਾਲੇ ਕਿਸੇ ਵਿਅਕਤੀ ਨੂੰ ਵਿੱਚ ਪਾ ਕੇ ਤੇ ਕੋਈ ਮਸਲਾ ਹੱਲ ਕਰ ਲਾਂਗੇ। ਇਦਾਂ ਸੰਭਵ ਹੀ ਨਹੀਂ ਹੈ। ਇਦਾਂ ਸੰਭਵ ਹੁੰਦਾ ਤੇ ਰਾਜਨੀਤਿਕ ਪਾਰਟੀਆਂ ਨੂੰ ਕਿਉਂ ਦੁਰਕਾਰਦੇ ਕਿਸਾਨ? ਉਹਨਾਂ ਨੂੰ ਕਿਹਾ ਵੀ ਤੁਸੀਂ ਪਿੱਛੇ ਹੋ ਜਾਓ। ਹੋ ਸਕਦਾ ਅੱਜ ਤੱਕ ਕਿਸਾਨ ਸਿਰਫ ਇਹ ਸਮਝਦੇ ਆ ਕਿ ਸਾਡੇ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੰਦੇ, ਲੀਡਰ ਨਹੀਂ ਦੇ, ਉਹਨਾਂ ਦੇ ਲੋਕ ਜਿਹੜੇ ਉਹਨਾਂ ਦੇ, ਕੋਈ ਕਾਂਗਰਸ ਨੂੰ ਵੋਟ ਪਾਉਣ ਵਾਲਾ, ਕੋਈ ਆਮ ਆਦਮੀ ਨੂੰ ਵੋਟ ਪਾਉਣ ਵਾਲਾ, ਕੋਈ ਸੱਜੇ ਖੱਬੇ ਕਾਮਰੇਡਾਂ ਨੂੰ ਵੋਟ ਪਾਉਣ ਵਾਲਾ, ਉਹ ਸਾਰੇ ਉਹਨਾਂ ਦੇ ਨਾਲ ਹੈ। ਪਰ ਉਹਨਾਂ ਦੇ ਆਗੂ ਨਹੀਂ, ਉਹਨਾਂ ਦੇ ਆਗੂ ਵੀ ਨਾਲ ਹੋ ਸਕਦੇ ਆ ਅੰਦਰੋਂ, ਪਰ ਉਹ ਖੁੱਲ ਕੇ ਉਹ ਸਾਹਮਣੇ ਆ ਨਹੀਂ ਸਕਦੇ ਜਾਂ ਉਹਨਾਂ ਨੂੰ ਸਟੇਜਾਂ ਤੇ ਬੋਲਣ ਦਾ ਅਧਿਕਾਰ ਨਹੀਂ ਹੈ। ਹਾਂ, ਜਿਹੜੇ ਕੁਝ ਧਾਰਮਿਕ ਦਿੱਖ ਵਾਲੇ ਵਿਅਕਤੀ ਆ, ਉਹਨਾਂ ਨੂੰ ਸਿਰਫ ਧਰਮ ਦੇ ਪ੍ਰਚਾਰ ਵਾਸਤੇ ਉੱਥੇ ਸਟੇਜਾਂ ਤੇ ਬੁਲਾਇਆ ਗਿਆ ਵਾ, ਤੇ ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੋਈ ਇਹਨਾਂ ਕਿਸਾਨੀ ਮੁੱਦਿਆਂ ਦੀ ਬਹੁਤ ਵੱਡੀ ਸਮਝ ਆ ਤੇ ਉਹਨਾਂ ਨੂੰ ਕੋਈ ਬਹੁਤ ਵੱਡੀ ਜਾਣਕਾਰੀ ਆ ਜਾਂ ਕੋਈ ਬਹੁਤ ਵੱਡਾ ਫੈਸਲਾ ਲੈ ਸਕਦੇ ਆ। ਇਹ ਸਰਕਾਰ ਦੀਆਂ ਐਵੇਂ ਨਜਾਇਜ਼ ਜੀਆਂ ਕੋਸ਼ਿਸ਼ਾਂ ਟਾਈਮ ਖਰਾਬ ਕਰਨ ਵਾਲੀ ਗੱਲ ਆ। ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਰਕਾਰ ਟਾਲਮ ਟੋਲ ਵਾਲੀ ਨੀਤੀ 'ਚ ਹੈ, ਉਹ ਹੁਣੇ ਪਤਾ ਲੱਗ ਜਾਣਾ ਥੋੜੇ ਘੰਟਿਆਂ ਬਾਅਦ ਹੀ। ਕਿਸਾਨਾਂ ਦੀ ਤੇ ਸਰਕਾਰ ਦੀ ਮੀਟਿੰਗ ਆ, ਉਸ ਮੀਟਿੰਗ ਦੇ ਵਿੱਚ ਇਸ ਵੇਲੇ ਜੋ ਮੈਨੂੰ ਸਮਝ ਲੱਗਦੀ ਹੈ ਇਹ ਹੈ ਕਿ ਕੱਲ ਕਿਸਾਨਾਂ ਨੇ ਜਿਹੜਾ ਟਰੈਕਟਰ ਮਾਰਚ ਕੀਤਾ KMP ਤੇ, ਉਹਦਾ ਬਹੁਤ ਵੱਡਾ ਅਸਰ ਸਰਕਾਰ ਤੇ ਪਿਆ ਤੇ ਸਰਕਾਰ ਅੰਦਰੋਂ ਹਿੱਲੀ ਹੋਈ ਹੈ। ਉਹਦੇ ਨਾਲ ਜਿੱਥੇ ਸਰਕਾਰ ਦੇ ਪੈਰ ਉਖੜਦੇ ਲੱਗਦੇ ਆ, ਉੱਥੇ ਕਿਸਾਨਾਂ ਦੇ ਪੈਰ ਹੋਰ ਮਜ਼ਬੂਤ ਹੁੰਦੇ ਲੱਗਦੇ ਆ। ਹਾਂ, ਜਿਹੜੇ ਕਿਸਾਨਾਂ ਦੇ ਤੁਸੀਂ ਪੈਰ ਮਜ਼ਬੂਤ ਤੇ ਸਰਕਾਰ ਦੇ ਉਖੜੇ ਹੋਣ ਦੀ ਗੱਲ ਕਰਦੀ ਹੈ, ਉਹ ਇਸੇ ਕਰਕੇ ਉਹ ਇੱਧਰ ਉੱਧਰ ਦੀਆਂ ਕੋਸ਼ਿਸ਼ਾਂ ਕਰਦੇ ਹੈਗੇ ਕਿ ਕਿਸੇ ਤਰੀਕੇ ਨਾਲ ਅਸੀਂ ਕੋਈ ਨਾ ਕੋਈ ਵਿੱਚ ਵਿਚੋਲਾ ਪਾ ਲਈਏ। ਇਹ ਗੱਲ ਵਿੱਚ ਵਿਚੋਲੇ ਨਾਲ ਹੱਲ ਹੋਣ ਵਾਲੀ ਨਹੀਂ ਹੈ, ਸਿੱਧੀ ਹੋਣ ਵਾਲੀ ਗੱਲ ਹੈ।
ਜਿਹੜੀ ਕੱਲ ਵਾਲੀ 8 ਵਾਲੀ ਮੀਟਿੰਗ ਆ, ਇੰਡੀਆ ਦੇ ਅੱਜ ਵਾਲੀ ਮੀਟਿੰਗ ਜਿਹੜੀ ਹੋ ਰਹੀ ਆ ਕੁਝ ਘੰਟਿਆਂ ਬਾਅਦ, ਤੁਹਾਨੂੰ ਲੱਗ ਰਿਹਾ ਹੋਗਾ ਕਿ ਇਹ ਜਿਹੜੀ ਮੀਟਿੰਗ ਹੋਈ ਆ, ਕਿਉਂਕਿ ਮੀਟਿੰਗਾਂ ਤਾਂ ਬਹੁਤ ਆ, ਇਹ 8ਵੀਂ ਮੀਟਿੰਗ ਆ ਜੀ, ਤੇ ਮਤਲਬ ਇਹਦੇ ਵਿੱਚੋਂ ਕੋਈ ਹੱਲ ਨਿਕਲਣੀ, ਕਿਉਂਕਿ ਸਰਕਾਰ ਲੱਗ ਰਿਹਾ ਕਿ ਬੈਕਫੁੱਟ ਤੇ ਹੈਗੀ ਆ, ਪਰ ਇੰਨਾ ਵੀ ਬੈਕਫੁੱਟ ਤੇ ਨਹੀਂ ਹੈਗੀ ਕਿ ਉਹ ਜਸਟ ਉਹ ਕੋਈ ਫੈਸਲਾ ਸੁਣਾ ਦੇਣ, ਕਿਉਂਕਿ ਜਿਹੜਾ ਜੇ ਤਾਂ ਫੈਸਲਾ ਵਾ ਫੇਰ ਤਾਂ ਆਪਾਂ ਨੂੰ ਵੀ ਲੱਗਦਾ ਜੀ ਕਿ ਕਿਸੇ ਵੱਡੇ ਨੇਤਾ ਨੂੰ ਲਿਆ ਕੇ, ਹੋ ਸਕਦਾ ਜੇ ਦੂਸਰੇ ਪਾਸੇ ਦੀ ਗੱਲ ਆਪਾਂ ਕਰੀਏ ਤਾਂ ਹੋ ਸਕਦਾ ਉਹ ਅਨਾਉਂਸ ਮੋਦੀ ਕਹੂਗਾ ਮੈਂ ਕਰੂੰਗਾ, ਤੁਹਾਨੂੰ ਨਹੀਂ ਇਹ ਉਹਦਾ ਅਧਿਕਾਰ ਹੈਗਾ ਜੇ ਕੋਈ ਪਾਸੇ ਵਾਲੀ ਗੱਲ ਆ। ਦੂਜਿਆਂ ਨੂੰ ਤਾਂ ਸਮਝਦਾ ਹੀ ਕੁਛ ਨਹੀਂ ਲੱਗ ਰਿਹਾ ਕਿ ਇਸ ਮੀਟਿੰਗ ਦੇ ਵਿੱਚੋਂ ਕੁਝ ਨਿਕਲਣ ਵਾਲੀ ਗੱਲ ਆ। ਦੇਖੋ ਹਰ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਜੀ ਇਹੀ ਲੱਗਦਾ ਹੁੰਦਾ ਸੀ ਕਿ ਗੱਲ ਬਣ ਗਈ ਜੀ, ਐਤਕੀ ਗੱਲ ਬਣ ਗਈ, ਪਰ ਨਹੀਂ ਬਣੀ। ਉਹਦੇ ਪਿੱਛੇ ਸਰਕਾਰ ਦੀ ਦਿਆਨਤਦਾਰੀ ਨਹੀਂ ਹੈਗੀ, ਇਮਾਨਦਾਰੀ ਨਹੀਂ ਹੈਗੀ। ਸਰਕਾਰ ਨੇ ਇਦਾਂ ਦੀ ਕੋਈ ਇਮਾਨਦਾਰੀ ਹੁਣ ਤੱਕ ਪਿਛਲੀਆਂ 7 ਮੀਟਿੰਗਾਂ ਵਿੱਚ ਤਾਂ ਨਹੀਂ ਦਿਖਾਈ। 8ਵੀਂ ਵਿੱਚ ਵੀ ਮੈਨੂੰ ਕੋਈ ਲੱਗਦਾ ਨਹੀਂ ਚਾਂਸ, ਮੈਨੂੰ ਅਜੇ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ। ਸਰਕਾਰ ਅਜੇ ਜੇ ਇਮਾਨਦਾਰ ਹੁੰਦੀ ਤੇ ਤੁਸੀਂ ਬਾਬਾ ਲੱਖਾ ਸਿੰਘ ਦੀ ਪਾਉਣ ਦੀ ਗੱਲ ਕਰਦੇ ਸੀਗੇ, ਤੇ ਇਹ ਕਿਉਂ ਕੋਸ਼ਿਸ਼ ਕੀਤੀ? ਬਿਲਕੁਲ ਜੀ, ਸਿੱਧੀ ਗੱਲ ਕਰ ਸਕਦੇ ਆ, ਸਿੱਧੀ ਗੱਲ ਕੀਤੀ ਜਾ ਸਕਦੀ। ਬਾਬਾ ਲੱਖਾ ਸਿੰਘ ਨੇ ਉੱਥੇ ਕੀ ਕਰਨਾ, ਜਾਂ ਹੋਰ ਕਿਸੇ ਨੇ ਵੀ ਕੀ ਕਰਨਾ? ਠੀਕ ਹੈ, ਤਾਂ ਅੱਜ ਹੀ ਅਚਾਨਕ ਹੀ ਮੁਰੇ ਆ ਗਏ ਜੀ ਉਹ। ਹਾਂ, ਨਹੀਂ ਉਹ ਲਿਆਂਦੇ ਗਏ, ਉਹ ਕੋਸ਼ਿਸ਼ਾਂ ਵਾ ਸਰਕਾਰ ਦੀਆਂ, ਸਰਕਾਰੀ ਧਿਰ ਦੀਆਂ ਕੋਸ਼ਿਸ਼ਾਂ, ਉਹ ਇਮਾਨਦਾਰੀ ਨਹੀਂ ਹੈ। ਇਹ ਇਸ 8ਵੀਂ ਮੀਟਿੰਗ ਵਿੱਚ ਵੀ ਕੁਝ ਨਹੀਂ ਹੋਣਾ। ਹਾਂ, ਸਾਡੇ ਕਿਸਾਨ ਜਿਹੜੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਲੀਲ ਅੱਜ ਕਰ ਸਕਦੇ ਆ, ਦਬਾ ਸਕਦੇ ਆ, ਤੇ ਨਾਲ ਇਹ ਵੀ ਕਹਿ ਸਕਦੇ ਆ ਕਿ ਤੁਸੀਂ ਕੱਲ ਨਜ਼ਾਰਾ ਵੇਖ ਲਿਆ, ਹੁਣ 26 ਨੂੰ ਵੇਖਾਂਗੇ। ਜੀ ਜੀ, ਅਸਲ 'ਚ ਉਹਨਾਂ ਦੇ ਰਵੱਈਏ ਤੋਂ ਹੀ ਪਤਾ ਲੱਗ ਜੂਗਾ ਕਿ ਕੁਝ 10-15 ਮਿੰਟਾਂ 'ਚ ਹੀ ਉਹਨਾਂ ਦੇ ਰਵੱਈਆ ਜਿੱਦਾਂ ਦਾ ਹੈਗਾ। ਬਿਲਕੁਲ, ਸ਼ੁਰੂਆਤ ਮੌਕੇ ਤੋਂ ਹੀ ਪਤਾ ਲੱਗ ਜਾਂਦਾ। ਬਿਲਕੁਲ, ਹਾਂਜੀ, ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ ਜੀ, ਉਦੋਂ ਹੀ ਜਦੋਂ ਜਿਸ ਤਰੀਕੇ ਨਾਲ ਸ਼ੁਰੂ ਕੀਤੀ ਜਾਂਦੀ ਗੱਲ, ਉਹ ਤੋਂ ਪਤਾ ਲੱਗ ਜਾਂਦਾ ਹੁੰਦਾ ਕਿ ਰਵੱਈਆ ਕਿੱਦਾਂ। ਕਿਸਾਨਾਂ ਦੇ ਬਾਰੇ ਵੀ ਇਦਾਂ ਹੀ ਆ, ਜੇ ਕਿਸਾਨਾਂ ਦਾ ਰਵੱਈਆ ਸ਼ੁਰੂ 'ਚ ਨਰਮ ਹੈ ਤੇ ਉਹ ਸਖਤ ਹੁੰਦਾ ਲੱਗਦਾ ਹੀ ਨਹੀਂ ਹੁੰਦਾ। ਹਾਂ, ਜੇ ਸ਼ੁਰੂ ਹੁੰਦੇ ਸਾਰੀ ਉਹ ਕਹਿ ਦੇਣ ਕਿ ਹਾਂਜੀ, ਜਿਵੇਂ ਇੱਕ ਵਾਰੀ ਹੋਈ ਸੀ ਗੱਲ, ਤੁਹਾਨੂੰ ਯਾਦ ਹੋਣਾ, ਯੈਸ ਨੋ ਦੀ ਗੱਲ। ਹਾਂਜੀ, ਬਿਲਕੁਲ। ਉਹ ਐਕਟ ਜਿਹੜਾ ਸੀਗਾ, ਉਹ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਸੀਗੀ, ਬਹੁਤ ਵੱਡੀ ਚਪੇੜ ਸੀਗੀ। ਉਹ ਮਹਿਸੂਸ ਨਾ ਕਰਨ ਵੱਖਰੀ ਗੱਲ ਆ, ਤੇ ਸੀਗਾ ਕਿਸਾਨਾਂ ਵੱਲੋਂ ਤਾਂ ਬਹੁਤ ਵੱਡਾ ਫੈਸਲਾ ਸੀਗਾ। ਔਰ ਫਿਰ ਕਿਸਾਨ ਜਿਹੜੇ ਸੀ ਨਰਮ ਹੋਏ ਕਿ ਅਸੀਂ ਯੈਸ ਨੋ ਤੇ ਭਾਵੇਂ ਕਿਹਾ ਹੈਗਾ, ਪਰ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ। ਹੋ ਸਕਦਾ 8 ਦੀ ਮੀਟਿੰਗ ਤੋਂ ਬਾਅਦ ਇੱਕ ਮੀਟਿੰਗ ਹੋਰ ਕਹਿਣ ਜੀ ਆਪਾਂ 12 ਨੂੰ ਫੇਰ ਬਹਿ ਜਾਈਏ, ਹੋ ਸਕਦਾ ਏਦਾਂ ਦੀ ਗੱਲ ਹੋਵੇ। ਕਿਸਾਨਾਂ ਨੇ ਇਹ ਨਹੀਂ ਕਹਿਣਾ, ਮੈਂ ਜੋ ਸਮਝਦਾ ਕਿਸਾਨਾਂ ਨੇ ਇਹ ਨਹੀਂ ਕਹਿਣਾ, ਨਾ ਵੈਸੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਮੀਟਿੰਗ ਨਹੀਂ ਤੇ ਆਉਣ ਨੂੰ ਤਿਆਰ ਨਹੀਂ। ਕਾਰਨ ਹੁਣ ਤੱਕ ਜਿਹੜਾ ਉਹਨਾਂ ਦਾ ਅੰਦੋਲਨ ਸ਼ਾਂਤਮਈ ਚੱਲਦਾ ਪਿਆ, ਜਿਸ ਤਰੀਕੇ ਨਾਲ ਚੱਲਦਾ ਪਿਆ, ਜਿਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਨੂੰ ਨਿਰਉੱਤਰ ਕੀਤਾ ਹੋਇਆ, ਉਹਨਾਂ ਕੋਲ ਜਵਾਬ ਕੋਈ ਨਹੀਂ ਉਹਨਾਂ ਦੀ ਗੱਲ ਦਾ। ਇਸੇ ਗੱਲ ਦਾ ਤਾਂ ਦੂਜਿਆਂ ਦੇਸ਼ਾਂ ਤੇ ਦੂਜੀਆਂ ਕੌਮਾਂ ਤੇ ਪ੍ਰਭਾਵ ਹੈ, ਤਾਂ ਹੀ ਉਹ ਦੂਜੇ ਦੇਸ਼ ਜਿਹੜੇ ਉਹਦੀ ਸਪੋਰਟ ਕਰ ਰਹੇ। ਠੀਕ ਹੈ ਨਾ ਜੀ, ਇਹ ਕਿਸਾਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਸਾਰੇ ਹਿੰਦੁਸਤਾਨ ਦੇ ਕਿਸਾਨ ਤਾਂ ਇਕੱਠੇ ਹੀ ਹੈਗੇ ਆ, ਦੂਜੀ ਦੁਨੀਆ ਦੇ ਵਿੱਚ, ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਸਾਨ ਬੈਠੇ ਆ, ਜਾਂ ਉੱਥੋਂ ਦੀਆਂ ਸਰਕਾਰਾਂ, ਭਾਵੇਂ ਉਹਨਾਂ ਨੂੰ ਕੋਈ ਵੀ ਚਲਾ ਰਿਹਾ ਹੈਗਾ, ਉਹਨਾਂ ਵੱਲੋਂ ਜਿਹੜੀ ਮਿਲੀ ਸਪੋਰਟ ਆ, ਉਹ ਇਸੇ ਕਰਕੇ ਹੈ ਜੀ। ਇਸੇ ਕੜੀ ਨੂੰ ਹੀ ਅੱਗੇ ਜਿਹੜਾ ਹੈਗਾ ਇਹਨਾਂ ਦਾ ਪ੍ਰੋਗਰਾਮ ਜਿਹੜਾ ਜਥੇਬੰਦੀਆਂ ਨੇ ਦਿੱਤਾ, 26 ਦਾ ਵੀ ਇੱਕ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਕਿਸਾਨ ਜਥੇਬੰਦੀਆਂ ਨੇ, ਕਿ ਅਸੀਂ ਜਿਹੜਾ ਹੈਗਾ ਆਪਣੇ ਟਰੈਕਟਰ ਨੂੰ ਲੈ ਕੇ ਲਾਲ ਕਿਲੇ ਵੱਲ ਨੂੰ ਜਾਵਾਂਗੇ, ਤੇ ਸਾਡੀ ਮਨਸ਼ਾ ਜਿਹੜੀ ਹੈਗੀ ਉਹ ਕਹਿੰਦੇ ਸਾਡੀ ਇਹ ਮਨਸ਼ਾ ਨਹੀਂ ਕਿ ਅਸੀਂ ਝੰਡਾ ਲਹਿਰਾਉਣਾ, ਜਾਂ ਸਾਡੀ ਇਹ ਮਨਸ਼ਾ ਨਹੀਂ ਹੈਗੀ ਕਿ ਅਸੀਂ ਹੁੱਲੜਬਾਜ਼ੀ ਕਰਨੀ ਆ। ਅਸੀਂ ਕੀ ਆ ਕਿ ਸਾਡੀ ਮਨਸ਼ਾ ਇਹ ਹੈਗੀ ਆ ਕਿ ਲੋਕਾਂ ਨੂੰ ਅਸੀਂ ਦੱਸਣਾ ਕਿ ਅਸੀਂ ਵੀ ਆਪਦੀ ਪਰੇਡ 'ਚ ਸ਼ਾਮਲ ਹੋਣ ਜਾ ਰਹੇ ਹਾਂ। ਦੇਖੋ, ਮੈਂ ਤੁਹਾਨੂੰ 26 ਜਨਵਰੀ ਬਾਰੇ ਪਹਿਲਾਂ ਦੱਸਣ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਹਾਂ। 6 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਦਾ ਪ੍ਰੋਗਰਾਮ ਪਹਿਲਾਂ ਹੀ ਅਨਾਉਂਸਡ ਹੈ, ਫਿਕਸਡ ਹੈ। ਬਿਲਕੁਲ ਜੀ, ਇਹ ਕੱਲੀ 26 6 ਤੋਂ ਬਾਅਦ ਕੱਲੀ 26 ਨਹੀਂ ਹੈ ਜੀ। ਇਨ ਬਿਟਵੀਨ ਲੋਹੜੀ ਵੀ ਉੱਥੇ ਹੈਗੀ ਆ। ਬਿਲਕੁਲ ਜੀ, ਹੋਰ ਵੀ 1-2 ਪ੍ਰੋਗਰਾਮ ਜਿਹੜੇ ਕਿਸਾਨਾਂ ਨੇ ਅਨਾਉਂਸ ਕੀਤੇ ਹੋਏ ਆ। ਟਰੈਕਟਰ ਵੀ ਇਹਦਾ ਇੱਕ ਹਿੱਸਾ ਸੀ। ਹਾਂਜੀ, ਜਦੋਂ 26 ਜਨਵਰੀ ਵਾਲੀ ਜਿਹੜੀ ਪਰੇਡ ਦੀ ਗੱਲ ਕਰਦੇ ਆ, ਉਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਝੰਡਾ ਚੜਾਉਣ ਦੀ ਵਾਲੀ ਗੱਲ ਨਹੀਂ ਆ, ਪਰ ਅਸੀਂ ਉੱਥੇ ਜਾਣਾ ਚਾਹੁੰਦੇ ਆ। ਹਿੰਦੁਸਤਾਨ ਦੇ ਸ਼ਹਿਰੀ ਆ, ਸਾਨੂੰ ਜਾਣ ਤੋਂ ਕੌਣ ਰੋਕ ਸਕਦਾ? ਨਹੀਂ ਰੋਕਿਆ ਜਾ ਸਕਦਾ। ਪਰ ਉਹਨਾਂ ਨੇ ਹੁਣੇ ਜਿਹੜਾ ਖਬਰ ਮਿਲੀ ਆ, ਉਹ ਇਹ ਹੈ ਕਿ ਕਿਸਾਨਾਂ ਦੀ ਐਂਟਰੀ ਨੂੰ ਰੋਕਣ ਵਾਸਤੇ, ਕਿ ਕਿਸਾਨ ਕਿਸੇ ਹੋਰ ਭੇਸ ਵਿੱਚ ਵੀ ਨਾ ਆ ਜਾਣ, ਉਹਨਾਂ ਨੇ ਐਂਟਰੀ ਉੱਥੇ ਉਸ ਜਿਹੜੇ ਫੰਕਸ਼ਨ ਦੀ ਆ ਉਹ ਬਾਈਪਾਸ ਕਰ ਦਿੱਤੀ, ਕਿ ਪਾਸ ਤੁਹਾਡੇ ਕੋਲ ਹੋਏਗਾ ਤੇ ਉਹਨੂੰ ਹੀ ਉੱਥੇ ਜਾਣ ਦਿੱਤਾ ਜਾਊਗਾ, ਆਇਡੈਂਟੀਟੀ ਵੇਖ ਕੇ। ਔਰ ਉਹਨਾਂ ਨੇ
ਦਿੱਲੀ ਤੋਂ ਹੀ ਸਿਰਫ ਜਿਹੜੇ ਦਰਸ਼ਕ ਆ ਉਹ ਸੱਦਣ ਦਾ ਫੈਸਲਾ ਕੀਤਾ ਗਿਆ। ਉਹਦੇ ਚ ਹੋ ਸਕਦਾ ਸਕੂਲਾਂ ਕਾਲਜਾਂ ਦੇ ਸਟੂਡੈਂਟ ਸੱਦਣ, ਸਰਕਾਰੀ ਮੁਲਾਜ਼ਮ ਸੱਦਣ, ਆਮ ਲੋਕਾਂ ਨੂੰ ਸੱਦਣ ਹੀ ਨਾ, ਆਮ ਲੋਕਾਂ ਨੂੰ ਉੱਥੇ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕਾਂਗਰਸ ਦਾ ਇੱਕ ਨੇਤਾ ਜੀ ਸ਼ਸ਼ੀ ਥਰੂਰ ਦਾ ਨਾਮ ਬੜਾ ਚਰਚਿਤ ਰਹਿੰਦਾ ਖਬਰਾਂ ਦੇ ਵਿੱਚ, ਉਹਨੇ ਤੇ ਵੈਸੇ ਕੇਂਦਰ ਸਰਕਾਰ ਨੂੰ ਮਸ਼ਵਰਾ ਦਿੱਤਾ ਕਿ ਜਦੋਂ ਤੁਹਾਡਾ ਜਿਹੜਾ ਮੁੱਖ ਮਹਿਮਾਨ ਹੀ ਨਹੀਂ ਆ ਰਿਹਾ, ਚੀਫ ਗੈਸਟ ਹੀ ਨਹੀਂ ਆ ਰਿਹਾ, ਤੇ ਛੱਡੋ ਖੜਾ ਗਣਤੰਤਰ ਦਿਵਸ ਵੀ ਜਿਹੜਾ ਉੱਥੇ ਉਹ ਘਰੇ ਮਨਾ ਲਓ। ਠੀਕ ਹੈ ਜੀ, ਲਾਲ ਕਿਲ੍ਹੇ ਤੇ ਮਨਾਉਣ ਦੀ ਕੀ ਲੋੜ ਹੈ। ਚਲੋ ਮੈਂ ਇਹਦੇ ਗੱਲ ਤੇ ਬਹੁਤਾ ਉਹਨਾਂ ਦੀ ਸਪੋਰਟ ਤਾਂ ਨਹੀਂ ਕਰ ਰਿਹਾ, ਪਰ ਜਿਸ ਤਰੀਕੇ ਨਾਲ ਸਰਕਾਰ ਵੀ ਡਰੀ ਹੋਈ ਅੰਦਰੋਂ, ਉਹਨਾਂ ਨੇ ਉੱਥੇ ਵਾਧੂ ਬੰਦਾ ਕੋਈ ਜਾਣ ਨਹੀਂ ਦੇਣਾ। ਬਿਲਕੁਲ ਜੀ, ਜਿਹੜੇ ਉਹਨਾਂ ਦੇ ਸਪੈਸ਼ਲ ਇਨਵੀਟੇਸ਼ਨ ਤੇ ਆਉਣਗੇ ਉਹ 2000 ਵੀ ਹੋ ਸਕਦਾ, 5000 ਵੀ ਹੋ ਸਕਦਾ, 10000 ਵੀ ਹੋ ਸਕਦਾ, ਉਹੀ ਆਉਣਗੇ, ਦੂਜੇ ਨਹੀਂ ਆਉਣਗੇ। ਹਾਂ, ਸਕੂਲਾਂ ਦੇ ਬੱਚੇ ਅੱਗੇ ਵੀ ਆਉਂਦੇ ਹੁੰਦੇ ਆ, ਐਤਕੀ ਵੀ ਉਹਨਾਂ ਨੂੰ ਜਿਹੜਾ ਕਿਹਾ ਜਾਊਗਾ ਕਿ ਅੱਗੇ ਨਾਲ ਜਿਹੜਾ ਦੁੱਗਣੀ ਗਿਣਤੀ 'ਚ ਆ ਜਾਓ, ਰੌਣਕ ਤਾਂ ਕਰਨੀ ਹੈ। ਠੀਕ ਹੈ, ਇਹ ਦਿੱਲੀ ਦੇ ਜਿਹੜੀ ਆਮ ਆਵਾਮ ਆ, ਆਮ ਜਨਤਾ, ਤੇ ਉਹਨਾਂ ਵੱਲੋਂ ਵੀ ਵਿੱਚੋਂ ਖਬਰਾਂ ਆ ਰਹੀਆਂ ਕਿ ਜਿਹੜੇ ਟਰੈਕਟਰਾਂ ਤੇ ਆ ਜਾਣਗੇ ਸਾਡੇ ਕਿਸਾਨ ਭਾਈ ਪੰਜਾਬ ਤੋਂ ਜਾਂ ਹਰਿਆਣੇ ਤੋਂ ਜਾਂ ਇੱਧਰ ਨੂੰ ਲਾਲ ਕਿਲ੍ਹੇ ਵੱਲ ਨੂੰ ਜਾਣਗੇ, ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ, ਉਹਨਾਂ ਨੂੰ ਖਾਣ ਪੀਣ ਦਾ, ਫਲ ਫਰੂਟ, ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੀਂ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਉੱਥੋਂ ਦੀ ਜਿਹੜੀ ਜਨਤਾ ਆਮ ਆਵਾਮ ਆ, ਜਿਹੜਾ ਪੋਸੀਬਿਲਿਟੀ ਹੈ ਜੀ, ਜਦੋਂ ਦਿੱਲੀ ਦੇ ਲੋਕ ਵੀ ਤਾਂ ਟੈਲੀਵਿਜ਼ਨ ਦੇਖਦੇ ਹੀ ਆ, ਦਿੱਲੀ ਦੇ ਲੋਕਾਂ ਨੂੰ ਵੀ ਤਾਂ ਸੋਸ਼ਲ ਮੀਡੀਆ ਤੋਂ ਖਬਰਾਂ ਮਿਲਦੀਆਂ ਹੀ ਆ ਕਿ ਕਿਸਾਨਾਂ ਦਾ ਕਿੰਨਾ ਜੋਸ਼ ਹੈ ਔਰ ਉਹਨਾਂ ਦੀਆਂ ਮੰਗਾਂ ਜਾਇਜ਼ ਆ, ਕਿੰਨੇ ਉਹ ਹੱਠ ਨਾਲ ਕੰਮ ਕਰਦੇ ਪਏ ਆ, ਕਿੰਨਾ ਜਿਹੜਾ ਉਤਸ਼ਾਹ ਵਾ, ਕਿੰਨਾ ਇਹਨਾਂ ਦਾ ਗੱਠ ਜੋੜ ਹੈ। ਤੇ ਦੇਸ਼ ਦੇ ਦੂਜੇ ਸੂਬੇ ਜਿਹੜੇ ਆ ਉਹ ਉਹਨਾਂ ਤੋਂ ਕਿਸਾਨ ਜਾਂ ਆਮ ਲੋਕ ਉੱਠ ਕੇ ਕਿਸਾਨਾਂ ਦੀ ਹਮਾਇਤ ਕਰ ਸਕਦੇ, ਦਿੱਲੀ ਦੇ ਲੋਕ ਵੀ ਤਾਂ ਕਰਨਗੇ। ਜੇ ਉਹ ਕਰਦੇ ਆ ਤੇ ਇਹਦੀ ਸ਼ਲਾਘਾ ਕਰਨੀ ਪੈਣੀ। ਬਿਲਕੁਲ ਜੀ। ਇਸ ਸਾਰੇ ਅੰਦੋਲਨ ਦੇ ਵਿੱਚ ਨੌਜਵਾਨ ਤਬਕੇ ਦਾ ਬਹੁਤ ਵੱਡਾ ਹਿੱਸਾ ਰਿਹਾ ਜੀ, ਸ਼ੁਰੂ ਤੋਂ ਲੈ ਕੇ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ, ਜਦੋਂ ਤੋਂ ਇੱਥੇ ਆ ਕੇ ਬੈਠ ਗਏ। ਪਰ ਹੁਣ ਕੁਝ ਕੁ ਤਕਰਾਰਬਾਜ਼ੀ ਨਜ਼ਰ ਆ ਰਹੀ ਹੈ ਜਥੇਬੰਦੀਆਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ, ਜਾਂ ਨੌਜਵਾਨਾਂ ਦੇ ਜਿਹੜੇ ਮੂਹਰੇ ਲੱਗੇ ਹੋਏ ਬੰਦੇ, ਆਪਾਂ ਸੁੱਖਾ ਲੱਖੇ ਸਿਧਾਣੇ ਦੀ ਤੇ ਦੀਪ ਸਿੱਧੂ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਹੁਣ ਰੀਸੈਂਟਲੀ ਇਹਨਾਂ ਨੂੰ ਜਥੇਬੰਦੀਆਂ ਨੇ ਇਹ ਕਿਹਾ ਕਿ ਦੀਪ ਸਿੱਧੂ ਦਾ ਅਸੀਂ ਪਹਿਲੇ ਡਿਕਲੇਅਰ ਕੀਤਾ ਹੋਇਆ ਕਿ ਅਸੀਂ ਉਹਨੂੰ ਤਾਂ ਅਸੀਂ ਸਟੇਜ ਤੋਂ ਬੋਲਣ ਨਹੀਂ ਦਿੰਦਾ, ਪਰ ਲੱਖਾ ਸਿਧਾਣੇ ਨੂੰ ਅਸੀਂ ਜਿਵੇਂ ਕਹਿੰਦੇ ਉਹ ਮੰਨ ਜਾਂਦਾ, ਪਰ ਅਸੀਂ ਜਿਹੜਾ ਹੈਗਾ ਉਹਦੇ ਬਾਰੇ ਹਜੇ ਕੋਈ ਫੈਸਲਾ ਨਹੀਂ ਲਿਆ ਕਿ ਇਹ ਜਿਹੜੇ ਨੌਜਵਾਨ ਮੂਹਰੇ ਲੱਗੇ ਆ, ਇਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਦੇਖੋ, ਨੌਜਵਾਨ ਕੱਲਾ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਨਹੀਂ ਹੈਗੇ, ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ 'ਚ ਉੱਥੇ ਪਹਿਲੇ ਮੌਜੂਦ ਹੈ। ਨੌਜਵਾਨਾਂ ਦਾ ਖੂਨ ਗਰਮ ਹੁੰਦਾ, ਉਹ ਚਾਹੁੰਦੇ ਹੁੰਦੇ ਆ ਕਿ ਤੱਟ ਫੱਟ ਕੋਈ ਐਕਸ਼ਨ ਲਿਆ ਜਾਵੇ। ਇਹ ਨੌਜਵਾਨਾਂ ਦੀ ਬਦੌਲਤ ਜਿਹੜੇ ਉਹ ਆ ਗਏ ਸੀਗੇ ਬਾਰਡਰ ਪਹਿਲਾਂ ਪੰਜਾਬ ਤੋਂ ਇੱਧਰ ਨੂੰ ਆਉਣ ਵਾਲੇ ਦਿੱਲੀ ਨੂੰ, ਉਹਨਾਂ ਦੀ ਬਦੌਲਤ ਹੀ ਜਿਹੜੇ ਸੀ ਉਹ ਤੋੜੇ ਗਏ ਸੀਗੇ ਬੈਰੀਅਰ, ਤੇ ਹੋਰ ਕਿਸਾਨ ਜਿਹੜੇ ਸੀਗੇ ਦਿੱਲੀ ਪਹੁੰਚ ਗਏ। ਜਿੱਥੇ ਤੱਕ ਦੀਪ ਸਿੱਧੂ ਦਾ ਸਵਾਲ ਹੈ, ਦੀਪ ਸਿੱਧੂ ਨੇ ਐਕਚੁਅਲੀ ਪੈਰਲਲ ਮੂਵਮੈਂਟ ਚਲਾਈ ਸ਼ੁਰੂ ਤੋਂ ਜੀ। ਬਿਲਕੁਲ ਜੀ, ਠੀਕ ਹੈ ਜੀ। ਉਹ ਅੰਬਾਲੇ ਜਿਹੜਾ ਬਾਰਡਰ ਹੈ ਉੱਥੇ ਉਹਨੇ ਸ਼ੁਰੂ ਤੋਂ ਹੀ ਵੱਖਰੀ ਸਟੇਜ ਲਾਈ ਰੱਖੀ, ਵੱਖਰੀ ਤਰ੍ਹਾਂ ਦੇ ਬਿਆਨਬਾਜ਼ੀ, ਵੱਖਰੀ ਤਰ੍ਹਾਂ ਦੇ ਵਿਚਾਰ, ਉਹ ਇਸ ਤਰੀਕੇ ਦਾ ਕੋਸ਼ਿਸ਼ ਉਹਨੇ ਰੱਖੀ ਹੈਗੀ ਆ। ਮੈਂ ਨਹੀਂ ਕਹਿੰਦਾ, ਪਰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਇਹ ਡਿਕਲੇਅਰ ਕਰ ਚੁੱਕੀਆਂ ਕਿ ਹੋ ਸਕਦਾ ਇਹ ਸਰਕਾਰੀ ਏਜੰਟ ਹੋਵੇ, ਸਰਕਾਰ ਵੱਲੋਂ ਛੱਡਿਆ ਗਿਆ ਇੱਕ ਹੋਵੇ ਬੰਦਾ ਜਿਹੜਾ ਕਿਸਾਨੀ ਅੰਦੋਲਨ ਨੂੰ ਲੀਓਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਹੁਣ ਉਹਨਾਂ ਵੱਲੋਂ, ਕਿਸਾਨਾਂ ਵੱਲੋਂ ਕਿਸੇ ਵੀ ਅਜਿਹੇ ਵਿਅਕਤੀ ਉੱਤੇ ਕੋਈ ਪਾਬੰਦੀ ਨਹੀਂ ਹੈ ਜਿਹੜਾ ਕਿਸਾਨੀ ਦੀ ਗੱਲ ਕਰਦਾ, ਕਿਸਾਨਾਂ ਦੀਆਂ ਮੁੱਖ 3 ਮੰਗਾਂ ਦੀ ਗੱਲ ਕਰਦਾ, 3 ਕਾਨੂੰਨਾਂ ਦੀ ਗੱਲ ਕਰਦਾ। ਇਹ ਬਾਕੀ ਤਾਂ ਹੌਲੀ ਹੌਲੀ ਨਾਲ ਜੁੜ ਗਈਆਂ ਨਾ, MSP ਨਾਲ ਜੁੜ ਗਈ, ਬਿਜਲੀ ਵਾਲੀ ਨਾਲ ਜੁੜ ਗਈ, ਜਾਂ ਪਰਾਲੀ ਵਾਲਾ ਮਾਮਲਾ ਨਾਲ ਜੁੜ ਗਿਆ। ਪਹਿਲਾਂ ਤਾਂ 3 ਹੀ ਸੀ। ਜਿਹੜਾ ਵੀ 3 ਕਾਨੂੰਨਾਂ ਦੀ ਗੱਲ ਕਰਦਾ ਉਹ ਜਿਹੜਾ ਮਰਜ਼ੀ ਸਟੇਜ ਤੇ ਆਵੇ ਬੋਲੇ, ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਪਰ ਦੀਪ ਸਿੱਧੂ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਵੀ 3 ਇਹ ਜਿਹੜੇ ਆ ਜੀ ਇਹ ਤਾਂ ਹੀ ਹੱਲ ਹੋਣੇ ਜੇ ਇਦਾਂ ਕੀਤਾ ਜਾਊ, ਜੇ ਪਾਣੀਆਂ ਦੇ ਮਸਲੇ ਹੋਣਗੇ, ਪਾਣੀਆਂ ਦੇ ਮਸਲੇ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ, ਇਹੋ ਜੀ ਇਹ ਗੱਲ ਨੂੰ ਤਲਕਾਉਣ ਵਾਲੀ ਗੱਲ ਜੀ। ਠੀਕ ਹੈ, ਰਾਜਾਂ ਨੂੰ ਵੱਧ ਅਧਿਕਾਰ ਵੀ ਚਾਹੀਦੇ, ਅਸੀਂ ਹੱਕ 'ਚ ਹਾਂ, ਅਗਲਾ ਸਟੈਪ ਹੋ ਸਕਦਾ। ਪਰ ਤੁਸੀਂ ਦੇਖੋ, ਜਦੋਂ ਇੱਕ ਏਡਾ ਵੱਡਾ ਟਾਰਗੇਟ ਪਹਿਲੇ ਰੱਖ ਕੇ ਤੁਸੀਂ ਤੁਰ ਪੈਂਦੇ ਆ ਤੇ ਉਹਦੇ ਜਿਹੜੇ ਰਾਹ 'ਚ ਸਟੈਪ ਹੈਗੇ ਆ, ਬੈਰੀਅਰ ਹੈਗੇ ਆ, ਉਹ ਤੁਸੀਂ ਟੱਪਣਾ ਨਹੀਂ ਚਾਹੁੰਦੇ, ਸਿੱਧਾ ਹੀ ਤੁਸੀਂ ਉੱਥੇ ਪਹੁੰਚਣਾ ਚਾਹੁੰਦੇ, ਇਹ ਪੋਸੀਬਲ ਨਹੀਂ ਹੈਗੀ। ਕੋਈ ਵੀ ਸਟਰਗਲ ਹੈ, ਕੋਈ ਵੀ ਅੰਦੋਲਨ ਆ, ਉਹ ਸਟੈਪ ਬਾਈ ਸਟੈਪ ਚੱਲਦਾ। ਦੀਪ ਸਿੱਧੂ ਨੂੰ ਸ਼ਾਇਦ ਇਹ ਭੁਲੇਖਾ ਕਿ ਕਿਸਾਨ ਉਹਦੇ ਮਗਰ ਲੱਗ ਜਾਣਗੇ, ਪੋਸੀਬਿਲਿਟੀ ਨਹੀਂ ਹੈਗੀ। ਮੈਂ ਦੇਖਿਆ ਕਈ ਵਾਰੀ ਉੱਥੇ
ਉਹ ਬਾਰਡਰ ਤੇ ਇਕੱਲਾ ਹੀ ਬੈਠਾ ਸੀਗਾ। ਜੀ 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 ਠੀਕ ਹੈ ਜੀ। ਔਰ ਆਲੇ ਦੁਆਲੇ 4 ਬੰਦੇ ਬਿਠਾ ਕੇ ਉਹ ਕਿਸੇ ਨਾ ਕਿਸੇ ਚੈਨਲ ਨੂੰ, ਜਿਹੜੇ ਚੈਨਲ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਦੇ ਆ, ਉਹਨਾਂ ਨੂੰ ਇੰਟਰਵਿਊ ਘੰਟਿਆਂ ਬੱਧੀ ਬੋਲੀ ਜਾਂਦਾ। ਜਿਸ ਤੱਕ ਲੱਖੇ ਸਿਧਾਣੇ ਦਾ ਸਵਾਲ ਹੈ, ਲੱਖੇ ਸਿਧਾਣੇ ਦਾ ਵੀ ਜਿਹੜਾ ਕਰੈਕਟਰ ਇਹ ਰਿਹਾ ਵੀ ਕਦੀ ਉਹ ਕੋਈ ਗੱਲ ਕਰਦਾ ਪਰ ਕਦੀ ਕੋਈ ਗੱਲ ਕਰਦਾ, ਪਰ ਉਹਨੇ ਆਪਦਾ ਫੋਕਸ ਅਜੇ ਛੱਡਿਆ ਨਹੀਂ। ਬਿਲਕੁਲ, ਅਜੇ ਛੱਡਿਆ ਨਹੀਂ। ਜੇ ਕੱਲ ਨੂੰ ਛੱਡ ਜੂਗਾ ਪੈਰ ਤੇ ਉਹਦੇ ਬਾਰੇ ਵੀ ਇਦਾਂ ਦਾ ਫੈਸਲਾ ਲਿਆ ਜਾਊਗਾ ਜੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਇੱਕ ਕੁਐਸਚਨ ਲਾਸਟ ਆ ਜੀ ਮੇਰਾ ਤੁਹਾਨੂੰ, ਕਿ ਸਰਕਾਰਾਂ ਇੱਕ ਪਾਸੇ ਤਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀ ਜਾਂਦੇ ਆ ਜਾਂ ਕਹਿ ਰਹੇ ਆ ਕਿ ਅਸੀਂ ਤੁਹਾਡੇ ਹੱਕ ਦੀ ਗੱਲ ਕਰਾਂਗੇ, ਦੂਸਰੇ ਪਾਸੇ ਕੀ ਆ ਕਿ ਰਾਜਸਥਾਨ ਤੋਂ ਜਿਹੜੇ ਬੰਦੇ ਜਿਹੜੇ ਹੈਗੇ ਕਿਸਾਨ ਅੰਦਰ ਜਾ ਰਹੇ ਸੀ, ਉਹਨਾਂ ਤੇ ਤੁਸੀਂ ਦੇਖਿਆ ਕਿ ਲਾਠੀ ਚਾਰਜ ਬਹੁਤ ਕੀਤਾ। ਕੀ ਇਹ ਰਵੱਈਆ ਸਹੀ ਲੱਗਦਾ? ਦੇਖੋ, ਰਵੱਈਆ ਤਾਂ ਸਹੀ ਹੈ ਨਹੀਂ ਜੀ, ਪਰ ਜਿਨ੍ਹਾਂ ਨੇ ਇਹ ਰਵੱਈਆ ਅਖਤਿਆਰ ਕੀਤਾ ਉਹਨਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ। ਜੀ ਜੀ ਜੀ, ਠੀਕ ਹੈ ਜੀ। ਜਦੋਂ ਪੰਜਾਬ ਤੋਂ ਕਿਸਾਨ ਜਿਹੜੀ ਹਰਿਆਣੇ ਵਿੱਚ ਦਾਖਲ ਹੁੰਦੇ ਸੀ ਵੱਖਰੇ ਵੱਖਰੇ ਬਾਰਡਰਸ ਤੋਂ, ਅੰਬਾਲੇ ਵਾਲੇ ਪਾਸਿਓਂ, ਰਵਾੜੀ ਹਿਸਾਰ ਵਾਲੇ ਪਾਸਿਓਂ, ਤੇ ਉਦੋਂ ਵੀ ਉਹਨਾਂ ਤੇ ਉੱਤੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਦੇ ਬੈਰੀਅਰ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਉਹ ਵੀ ਹੰਝੂ ਗੈਸ ਛੱਡੀ ਗਈ, ਉਦੋਂ ਵੀ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ। ਤੇ ਰਾਜਸਥਾਨ ਵਾਲੇ ਪਾਸਿਓਂ ਆਏ ਤੇ ਇਹ ਉਸੇ ਬੰਦੇ ਨੇ ਇਹ ਸਾਰਾ ਕੁਝ ਕੀਤਾ ਜਿਹੜੇ ਬੰਦੇ ਨੇ ਪਹਿਲਾਂ ਕੀਤਾ ਸੀਗਾ। ਯਾਨੀ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਸਮਝਦਾ ਕਿ ਇਸ ਅੰਦੋਲਨ ਨੂੰ ਠੱਲ ਪਾਉਣ ਦਾ ਸਿਹਰਾ ਮੈਂ ਜ਼ਰੂਰ ਆਪਦੇ ਸਿਰ ਬੰਨਣਾ। ਠੀਕ ਹੈ ਜੀ। ਉਹ ਸਿਹਰਾ ਲੋਕੀ ਕਿੱਦਾਂ ਦਾ ਬੰਨ੍ਹਦੇ ਆ ਇਹ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪਤਾ ਲੱਗਣ ਦੀ ਸੰਭਾਵਨਾ। ਪਰ ਮੈਂ ਤੁਹਾਡੀ ਗੱਲ ਖਤਮ ਕਰਨ ਤੋਂ ਪਹਿਲਾਂ ਇੱਕ ਗੱਲ ਜਿਹੜੀ ਵਿਨੀਪੈਗ ਸਟੂਡੀਓ 'ਚ ਅਸੀਂ ਬੈਠੇ ਤੇ ਮੈਂ ਦੱਸਣੀ ਚਾਹੁੰਦਾ, ਇੱਕ ਨਹੀਂ ਦੋ ਗੱਲਾਂ। ਇੱਕ ਤੇ ਇਹ ਹੈ ਕਿ 10 ਤਰੀਕ ਨੂੰ ਵਿਨੀਪੈਗ ਦੇ ਵਿੱਚ ਦੁਬਾਰਾ ਜਿਹੜੀ ਕਾਰ ਰੈਲੀ ਹੋ ਰਹੀ ਹੈ। ਠੀਕ ਹੈ ਜੀ। ਗੁਰਦੁਆਰਾ ਜਿਹੜਾ ਸਿੱਖ ਸੁਸਾਇਟੀ ਆਫ ਮੈਨੀਟੋਬਾ, ਜਿਹਨੂੰ ਅਸੀਂ ਪਾਈਪਲਾਈਨ ਵਾਲਾ ਗੁਰਦੁਆਰਾ ਕਹਿੰਦੇ ਆ, ਅਸਲ 'ਚ ਪਾਈਪਲਾਈਨ ਤੇ ਨਹੀਂ ਹੈਗਾ। ਪਾਈਪਲਾਈਨ ਜਿਹੜੀ ਆ ਉਹ ਵੱਖਰੀ ਰੋਡ ਹੈ, ਉਹ ਮੌਲਰ ਰੋਡ ਤੇ ਹੈ। ਮੌਲਰ ਰੋਡ ਪਾਈਪਲਾਈਨ ਦੇ ਨਾਲ ਹੀ ਜੁੜਦੀ ਹੈ। ਉੱਥੋਂ ਸ਼ੁਰੂ ਹੋਣਾ ਗੁਰਦੁਆਰਾ ਸਾਹਿਬ ਦੇ ਬਾਹਰੋਂ, ਅੰਦਰੋਂ ਨਹੀਂ। ਔਰ ਉਹਨਾਂ ਪ੍ਰਬੰਧਕਾਂ ਨੇ ਕਿਹਾ ਹੈਗਾ ਕਿ ਅਸੀਂ ਉੱਥੋਂ ਗੁਰਦੁਆਰਾ ਸਾਹਿਬ ਤੋਂ ਇਹ ਰੈਲੀ ਸ਼ੁਰੂ ਕਰਾਂਗੇ ਤੇ ਬਹੁਤ ਸੀਮਤ ਏਰੀਏ ਦੇ ਵਿੱਚ, ਖਾਸ ਕਰਕੇ ਮੇਪਲ ਨਾਲ ਜਿਹੜਾ ਸੰਬੰਧਿਤ ਏਰੀਆ ਜਿੱਥੇ ਪੰਜਾਬੀ ਭਾਈਚਾਰਾ ਵੱਧ ਰਹਿੰਦਾ, ਉਸ ਏਰੀਏ ਦੇ ਵਿੱਚ ਇਹ ਰੈਲੀ ਜਿਹੜੀ ਕੀਤੀ ਜਾਣੀ ਹੈ। ਤੇ ਇੱਕ ਤਾਂ ਇਹ ਇਨਫੋਰਮੇਸ਼ਨ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ ਸੀ। ਦੂਜੀ ਜਿਹੜੀ ਹੈਗੀ ਜੀ, ਅੱਜ ਹੀ ਮੇਰੇ ਘਰ ਵੀ ਇੱਕ ਚਿੱਠੀ ਆਈ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ 'ਚ ਚਿੱਠੀ ਆਈ ਹੋਊਗੀ। ਸਾਡੇ ਵਿਨੀਪੈਗ ਨਾਰਥ ਤੋਂ ਮੈਂਬਰ ਪਾਰਲੀਮੈਂਟ ਨੇ ਕੈਵਨ ਲੈਂਬਰੂ ਨੇ, ਲਿਬਰਲ ਪਾਰਟੀ ਦੇ ਹੈਗੇ, ਜਿਹੜੀ ਰਾਜ ਕਰਦੀ ਪਾਰਟੀ ਆ ਫੈਡਰਲ ਗਵਰਨਮੈਂਟ ਦੇ ਵਿੱਚ, ਉਹ ਵੀ ਇੱਕ ਮਹੱਤਵਪੂਰਨ ਅਹੁਦਾ ਰੱਖਦੇ ਆ ਫੈਡਰਲ ਗਵਰਨਮੈਂਟ ਵਿੱਚ। ਉਹਨਾਂ ਨੇ ਇੱਕ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਫਾਰਮਰਸ ਦੇ ਹੱਕ ਵਿੱਚ। ਇਹ ਪਹਿਲੀ ਵਾਰੀ ਹਿਸਟਰੀ 'ਚ ਹੋ ਰਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ, ਮੈਂ ਪਟੀਸ਼ਨ ਤਿਆਰ ਕੀਤੀ ਹੈ, ਤੁਸੀਂ ਇੱਥੇ ਸਾਈਨ ਕਰੋ ਤੇ ਮੈਂ ਉੱਥੇ ਜਿਹੜਾ ਪਾਰਲੀਮੈਂਟ ਹਿੱਲ ਜਿੱਥੇ ਆਟਵਾ ਦੇ ਵਿੱਚ, ਮੈਂ ਉੱਥੇ ਇਹ ਮਤਾ ਰੱਖੂੰਗਾ। ਬਹੁਤ ਵੱਡੀ ਖਬਰ ਹੈ ਜੀ, ਬੜੀ ਵੱਡੀ ਗੱਲ ਹੈ, ਬੜੀ ਵੱਡੀ ਜਿੱਤ ਵਾਲੀ ਗੱਲ ਹੈ, ਬਹੁਤ ਵੱਡਾ ਸਟੈਪ ਹੈ। ਕੈਵਨ ਲੈਂਬਰੂ ਵੀ ਵਧਾਈ ਦਾ ਹੱਕਦਾਰ ਹੈ ਔਰ ਮੈਂ ਵੀ ਆਪਣੇ ਵੱਲੋਂ ਚਾਹੁੰਦਾ ਕਿ ਸਾਰੇ ਲੋਕ ਜਿਹੜੇ ਹੈਗੇ ਆ ਉਹ ਪਟੀਸ਼ਨ ਨੂੰ ਸਾਈਨ ਕਰਕੇ ਭੇਜਣ। ਉਹਨਾਂ ਦੇ ਜਿਹੜੇ ਫਾਰਮ ਹੈ ਕੈਵਨ ਲੈਂਬਰੂ ਨੇ ਹਰ ਘਰ ਡ੍ਰੌਪ ਕੀਤੇ ਔਰ ਜਿਹਨਾਂ ਨੂੰ ਨਹੀਂ ਮਿਲੇ ਉਹਨਾਂ ਦਾ ਇੱਥੇ ਮੈਂਡਲੇ ਤੇ ਕੈਵਨ ਲੈਂਬਰੂ ਦਾ ਇੱਕ ਆਫਿਸ ਹੈਗਾ, ਉਸ ਆਫਿਸ ਤੋਂ ਉਹ ਫਾਰਮ ਲੈ ਵੀ ਸਕਦੇ ਆ, ਭਰ ਕੇ ਸਾਈਨ ਕਰਕੇ ਡ੍ਰੌਪ ਵੀ ਉੱਥੇ ਕਰ ਸਕਦੇ ਔਰ ਵੱਧ ਤੋਂ ਵੱਧ ਇਹ ਜਿਹੜੀ ਪਟੀਸ਼ਨ ਜਿਹੜੀ ਸਾਈਨ ਕੀਤੀ ਜਾਵੇ ਤਾਂ ਕਿ ਜਿਹੜੀ ਕੈਨੇਡਾ ਗਵਰਨਮੈਂਟ ਹੈਗੀ ਆ ਉਹ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਸ ਕਰੇ। ਜਿਹੜਾ ਇੰਡੀਆ ਗਵਰਨਮੈਂਟ ਹੁਣ ਤੱਕ ਕਹਿੰਦੀ ਹੈ ਨਾ ਜੀ ਕਿ ਜਸਟਿਨ ਟਰੂਡੋ ਕੌਣ ਹੁੰਦਾ ਸਾਡੀਆਂ ਗੱਲਾਂ 'ਚ ਦਖਲ ਦੇਣ ਵਾਲਾ, ਸਾਡੇ ਦੇਸ਼ ਦੇ ਕੰਮਾਂ 'ਚ ਦਖਲ ਦੇਣ ਵਾਲਾ, ਤੇ ਫਿਰ ਉੱਥੋਂ ਦੀ ਪਾਰਲੀਮੈਂਟ ਦੀ ਗੱਲ ਆ ਜਾਊਗੀ। ਕੈਵਨ ਲੈਂਬਰੂ ਨੂੰ ਬਹੁਤ ਬਹੁਤ ਵਧਾਈ ਤੇ ਨਾਲ ਦੀ ਨਾਲ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜੇ ਉਹਨਾਂ ਦੇ ਕੋਲ ਉਹ ਫਾਰਮ ਪਹੁੰਚ ਗਏ ਕੈਵਨ ਲੈਂਬਰੂ ਵੱਲੋਂ ਭੇਜੇ ਹੋਏ, ਬਹੁਤ ਚੰਗੀ ਗੱਲ ਹੈ। ਨਹੀਂ ਪਹੁੰਚੇ ਤੇ ਉਹਨਾਂ ਦਾ ਮੈਂਡਲੇ ਤੇ ਆਫਿਸ ਹੈਗਾ, ਸ਼ਾਇਦ 82 ਨੰਬਰ ਹੈ, ਉਸ ਆਫਿਸ ਤੋਂ ਫਾਰਮ ਜਾ ਕੇ ਲੈ ਸਕਦੇ ਆ। ਉੱਥੇ ਭਰ ਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਸਾਈਨ ਕਰਕੇ ਦਿੱਤਾ ਜਾ ਸਕਦਾ। ਬਹੁਤ ਵੱਡੀ ਖਬਰ ਆ ਜੀ। ਇਸ ਮੁੱਦੇ ਤੇ ਅਸੀਂ ਸਪੈਸ਼ਲ ਚਰਚਾ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਤੇ ਉੱਥੇ ਐਜੀਟੇਸ਼ਨ ਦੇ ਵਿੱਚ ਬੈਠੇ ਹੋਏ ਨੌਜਵਾਨਾਂ ਨੂੰ ਕੋਈ ਸੁਨੇਹਾ ਆਖਰੀ ਦਿਓ ਜੀ। ਬਿਲਕੁਲ ਜੀ, ਮੈਂ ਕਹੂੰਗਾ ਕਿ ਜੇ ਕਿਸੇ ਨੇ, ਜਿਵੇਂ ਲੱਖੇ ਸਿਧਾਣੇ ਦੀ ਗੱਲ ਹੋਈ ਜਾਂ ਦੀਪ ਸਿੱਧੂ ਦੀ ਗੱਲ ਹੋਈ ਹੈ, ਕੱਲੇ ਨੌਜਵਾਨ ਉਹ ਨਹੀਂ ਹੈ, ਕੱਲੇ ਉਹ ਆਗੂ ਨਹੀਂ ਹੈ। ਆਗੂ ਤੁਹਾਡੇ ਸੱਚੀ ਮੁੱਚੀ ਹੈ ਇਸ ਵੇਲੇ ਕਿਸਾਨ ਲੀਡਰਸ਼ਿਪ ਹੈ, ਜਿਹਨੇ ਹੁਣ ਤੱਕ ਬੜੀ ਸਕੀਮ ਨਾਲ, ਬੜੀ ਯੋਜਨਾਬੰਦੀ ਨਾਲ, ਬੜੇ ਠਰਮੇ ਨਾਲ, ਬੜੇ ਵਿਚਾਰ ਚਰਚਾ ਤੋਂ ਬਾਅਦ ਇਹ ਸਟੇਜ ਲੈਂਦੀ ਹੈ। ਅਸੀਂ ਉਹਨਾਂ ਦੇ ਆਖੇ ਲੱਗਣਾ। ਹਾਂ, ਦਿਲ 'ਚ ਅਰਮਾਨ ਬਹੁਤ ਹੋ ਸਕਦੇ ਆ, ਆਪਦੇ ਦਿਲ ਦੀ ਗੱਲ ਤੁਸੀਂ ਆਪਦੇ ਲੀਡਰਾਂ ਨੂੰ ਦੱਸ ਸਕਦੇ ਹੋ, ਪਰ ਜਾਬਤੇ 'ਚ ਰਹਿਣਾ ਬਹੁਤ ਜ਼ਰੂਰੀ ਹੈ। ਨਵੀਂ ਖਬਰ ਦੇ ਲਈ, ਨਵੀਂ ਚਰਚਾ ਦੇ ਲਈ ਅਸੀਂ ਤੁਹਾਨੂੰ ਫਿਰ ਇੱਥੇ ਯਾਦ ਕਰਾਂਗੇ ਜੀ। ਤਦ ਤੱਕ ਦੇ ਲਈ
ਤੁਸੀਂ ਸਾਨੂੰ ਦਿਓ ਆਗਿਆ, ਤੇ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਸ਼ੁਕਰੀਆ ਬਹੁਤ ਬਹੁਤ ਪ੍ਰਿੰਟਰ ਸਾਹਿਬ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ, ਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਹੀ ਇਸ ਗੱਲ ਦੀ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਉੱਥੋਂ ਦੀ ਜਿਹੜੀ ਪਲ ਪਲ ਦੀ ਜਾਣਕਾਰੀ ਅਸੀਂ ਦਿੰਦੇ ਰਵਾਂਗੇ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।